पंजाब यूनीवर्सिटी के एफिलीएटेड कॉलेजेस नूं लैके एक बहुत वड्डा घोटाला सामने लिआउंदा है। ਇਹਦੇ ਵਿੱਚ ਕਰੋੜਾਂ ਰੁਪਈਆ ਦਾ ਜਿਹੜਾ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ ਉਹਦੇ 'ਚ ਵੱਡੀ ਸ਼ਮੂਲੀਅਤ ਡਾਕਟਰ ਰਾਜਕੁਮਾਰ ਵਾਈਸ ਚਾਂਸਲਰ ਔਰ ਇਹਦੇ ਅਮਲੇ ਫੈਲੇ ਦੀ ਆ। ਇੱਥੋਂ ਜਿਹੜੇ ਐਸੋਸੀਏਟ ਪ੍ਰੋਫੈਸਰ ਨਹੀਂ ਸੀਗੇ ਔਰ ਕੁਝ ਜਗ੍ਹਾ ਤਾਂ ਉਹ ਅਸਿਸਟੈਂਟ ਪ੍ਰੋਫੈਸਰ ਵੀ ਨਹੀਂ ਸੀਗੇ, ਉਹਨਾਂ ਬੰਦਿਆਂ ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਇਹ ਕਈ ਨੇ ਇਹ ਜਿਹਦਾ ਹੱਕ ਆ ਉਹਨੂੰ ਦੇਣਾ ਨਹੀਂ ਚਾਹੁੰਦੇ ਤੇ ਪਰ ਜਿਹੋ ਜਿਹਾ ਇਹ ਕਰ ਰਿਹਾ ਹੈ, ਆਪਾਂ ਨੂੰ ਪਤਾ ਕੈਰਵਾਂ ਪਾਂਡਵਾਂ ਦੀ ਜੰਗ ਨੇ ਜੋ ਨਾਸ ਕੀਤਾ ਸੀ ਦੋਨੇ ਤਰ੍ਹਾਂ ਦਾ, ਉਹੀ ਨਾਸ ਇਹ ਯੂਨੀਵਰਸਿਟੀ ਦਾ ਕਰਨਾ ਚਾਹੁੰਦਾ ਹੈ। ਇਹ ਐਡੀ ਵੱਡੀ ਯੂਨੀਵਰਸਿਟੀ 100 ਸਾਲਾਂ ਤੋਂ ਯੂਨੀਵਰਸਿਟੀ ਚੱਲ ਰਹੀ ਹੈ ਔਰ ਇੱਕ ਵੱਡਾ ਇਤਿਹਾਸ ਹੈ ਇਸ ਯੂਨੀਵਰਸਿਟੀ ਦਾ। ਵਿਦੇਸ਼ਾਂ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਨੇ, ਵੱਡੇ ਵੱਡੇ ਡੈਜ਼ਿਗਨੇਸ਼ਨਸ ਤੇ ਬੰਦੇ ਬੈਠੇ ਨੇ, ਉੱਥੇ ਦਾ ਵੀਸੀ ਇਦਾਂ ਦੇ ਕੰਮ ਕਰੂਗਾ? ਮਤਲਬ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰਸ ਨੂੰ ਵੀ ਬਾਈਪਾਸ ਕਰੂਗਾ। सर पिछले 10 दिनों तुसी आज दूजी बार आए हो कि आपां यूनीवर्सिटी के खिलाफ आवाज़ चुकनी है, तो अज की मैटर है सर? इस तरह है जी कि पंजाब विच उच्च सिक्ख्या के खेतर च पंजाब यूनीवर्सिटी के एफिलीएटेड कॉलेजेस नूं लैके एक बहुत वड्डा घोटाला सामने लिआउंदा है, जिहदे विच कि कॉलेजेस के अंदर जिहड़े प्रिंसीपल भर्ती किए गए ने पिछले 2-3 सालों के विच ਉਹ ਇਨਐਲੀਜੀਬਲ ਬੰਦੇ ਸੀਗੇ, ਜਿਹੜੇ ਐਸੋਸੀਏਟ ਪ੍ਰੋਫੈਸਰ ਨਹੀਂ ਸੀਗੇ ਔਰ ਕੁਝ ਜਗ੍ਹਾ ਤਾਂ ਉਹ ਅਸਿਸਟੈਂਟ ਪ੍ਰੋਫੈਸਰ ਵੀ ਨਹੀਂ ਸੀਗੇ, ਉਹਨਾਂ ਬੰਦਿਆਂ ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਸਭ ਤੋਂ ਪਹਿਲਾ ਕੇਸ ਸਾਡੇ ਸਾਹਮਣੇ ਆਇਆ ਐਸਪੀਐਨ ਕਾਲਜ ਮੁਕੇਰੀਆਂ ਦਾ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੈ। ਉੱਥੇ 2020 ਜਨਵਰੀ ਦੇ ਵਿੱਚ ਪ੍ਰਿੰਸੀਪਲ ਸਮੀਰ ਸ਼ਰਮਾ ਨੂੰ ਅਪੁਆਇੰਟ ਕੀਤਾ ਜਾਂਦਾ ਔਰ ਜਦੋਂ ਉਹਨੂੰ ਅਪੁਆਇੰਟ ਕੀਤਾ ਜਾਂਦਾ ਤਾਂ ਉਸ ਵੇਲੇ ਸਿਲੈਕਸ਼ਨ ਪੈਨਲ ਦੇ ਵਿੱਚ ਡੀਏਵੀ ਕਾਲਜ ਅਬੋਹਰ ਤੋਂ ਪ੍ਰਿੰਸੀਪਲ ਰਜੇਸ਼ ਮਹਾਜਨ ਜਿਹੜੇ ਕਿ ਅੱਜਕੱਲ ਸੈਨੇਟ ਮੈਂਬਰ ਹੈ ਤੇ ਦੂਸਰੇ ਪ੍ਰੋਫੈਸਰ ਰਵੀ ਇੰਦਰ ਜਿਹੜੇ ਕਿ ਨੋਮੀਨੇਟ ਹੋਏ ਨੇ ਸੈਨੇਟ ਮੈਂਬਰ, ਇਹ ਉੱਥੇ ਸਿਲੈਕਸ਼ਨ ਪੈਨਲ ਦੇ ਵਿੱਚ ਜਾਂਦੇ ਨੇ। ਸਿਲੈਕਸ਼ਨ ਪੈਨਲ ਉੱਥੇ ਫਿਜ਼ੀਕਲੀ ਜਾ ਕੇ ਚੈੱਕ ਕਰਦਾ ਉਹਨਾਂ ਦੇ ਡਾਕੂਮੈਂਟਸ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਿਲੈਕਟ ਕਰਿਆ ਜਾਂਦਾ। ਇਸ ਤੋਂ ਇਲਾਵਾ ਉੱਥੇ ਡੀਪੀਆਈ ਦਾ ਨੁਮਾਇੰਦਾ ਵੀ ਬੈਠਾ ਹੈ, ਉਹ ਵੀ ਸਾਰੇ ਕਾਗਜ਼ ਪੱਤਰ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਸਿਲੈਕਟ ਕਰਿਆ ਜਾਂਦਾ। 5-4 ਮਹੀਨੇ ਪਹਿਲਾਂ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਹੈ ਕਿ ਜਿਹੜਾ ਸਮੀਰ ਸ਼ਰਮਾ ਹੈ ਉਹ ਜਿਸ ਕਾਲਜ ਦੇ ਵਿੱਚੋਂ ਆਇਆ ਉੱਥੇ ਉਹਨੂੰ ਅਸਿਸਟੈਂਟ ਪ੍ਰੋਫੈਸਰ ਦੀ ਅਪਰੂਵਲ ਵੀ ਨਹੀਂ ਮਿਲੀ ਹੋਈ। ਜਦੋਂ ਅਸੀਂ ਉਸ ਕਾਲਜ ਦੀ ਸੰਬੰਧਿਤ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੁੱਛਿਆ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੱਸਿਆ ਵੀ ਇਹ ਬੰਦਾ ਤਾਂ ਤੁਸੀਂ ਐਸੋਸੀਏਟ ਪੁੱਛ ਰਹੇ ਹੋ, ਇਹ ਤਾਂ ਅਸਿਸਟੈਂਟ ਪ੍ਰੋਫੈਸਰ ਵੀ ਹੈ ਨਹੀਂਗਾ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਬੰਦੇ ਨੇ ਇੱਕ ਪਟੀਸ਼ਨ ਫਾਈਲ ਕੀਤੀ ਹੈ ਕੋਰਟ ਦੇ ਵਿੱਚ। ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਪਟੀਸ਼ਨ ਦੀ ਕਾਪੀ 47 ਪੇਜ ਦੀ ਸਾਨੂੰ ਪ੍ਰਾਪਤ ਹੋਈ ਔਰ ਉੱਥੋਂ ਪਤਾ ਲੱਗਿਆ ਕਿ ਸਮੀਰ ਸ਼ਰਮੇ ਨੇ ਇੱਕ ਬਹੁਤ ਵੱਡਾ ਫਰਾਡ ਪੰਜਾਬ ਸਰਕਾਰ ਔਰ ਪੰਜਾਬ ਯੂਨੀਵਰਸਿਟੀ ਨਾਲ ਕੀਤਾ ਔਰ ਇਸ ਫਰਾਡ ਦੇ ਵਿੱਚ ਪੰਜਾਬ ਯੂਨੀਵਰਸਿਟੀ ਔਰ ਡੀਪੀਆਈ ਕਾਲਜਸ ਪੰਜਾਬ ਦੀ ਵੀ ਮਿਲੀ ਭੁਗਤ ਹੈ। ਉਹ ਕਿਸ ਤਰ੍ਹਾਂ ਹੋਇਆ ਕਿ ਜਨਵਰੀ 2020 'ਚ ਪ੍ਰਿੰਸੀਪਲ ਬੰਦਾ ਅਪੁਆਇੰਟ ਹੋ ਜਾਂਦਾ ਔਰ ਜਨਵਰੀ 2021 1 ਸਾਲ ਬਾਅਦ ਇਹ ਬੰਦਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਦਾ ਕਿ ਮੈਨੂੰ ਐਸੋਸੀਏਟ ਪ੍ਰੋਫੈਸਰ ਦਾ ਗ੍ਰੇਡ ਦਿੱਤਾ ਜਾਵੇ। ਇਹਦਾ ਮਤਲਬ ਹੈ ਕਿ ਜਿਹੜੀਆਂ ਯੂਜੀਸੀ ਰੈਗੂਲੇਸ਼ਨਸ 2010 ਜਿਹਨੂੰ ਕਿ 2013 ਅਗਸਤ ਦੇ ਵਿੱਚ ਪੰਜਾਬ ਸਰਕਾਰ ਨੇ ਅਡਾਪਟ ਕੀਤਾ, ਇਹਦਾ ਮਤਲਬ ਇਹ ਹੈ ਕਿ ਉਹ ਜਿਹੜੀਆਂ ਅਡਾਪਟ ਕੀਤੀਆਂ ਗਈਆਂ ਰੈਗੂਲੇਸ਼ਨਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਐਸੋਸੀਏਟ ਪ੍ਰੋਫੈਸਰ ਹੋਣਾ ਜ਼ਰੂਰੀ ਹੈ ਔਰ ਸਿਲੈਕਸ਼ਨ ਕਮੇਟੀ ਦੇ ਥਰੂ। ਮੈਂ ਇੱਥੇ ਕਲੀਅਰ ਕਰ ਦੇਵਾਂ ਕਿ ਜਦੋਂ ਬਾਰ-ਬਾਰ ਜਰਨਲਿਸਟ ਸਮੀਰ ਸ਼ਰਮਾ ਨੂੰ ਫੋਨ ਤੇ ਪੁੱਛ ਰਹੇ ਨੇ, ਉਹ ਕਹਿੰਦਾ ਜੀ ਮੈਂ ਐਸੋਸੀਏਟ ਪ੍ਰੋਫੈਸਰ ਹਾਂ। ਐਸੋਸੀਏਟ ਪ੍ਰੋਫੈਸਰ ਕਿਸੇ ਕਾਲਜ ਨੇ ਤੁਹਾਨੂੰ ਬਣਾ ਦਿੱਤਾ, ਉਹ ਮੈਟਰ ਨਹੀਂ ਕਰਦਾ। ਜੇ ਕਾਲਜ ਹੀ ਇਸ ਤਰ੍ਹਾਂ ਐਸੋਸੀਏਟ ਪ੍ਰੋਫੈਸਰ ਜਾਂ ਤੁਹਾਨੂੰ ਅਸਿਸਟੈਂਟ ਪ੍ਰੋਫੈਸਰ ਦੀਆਂ ਅਪਰੂਵਲਾਂ ਦੇਣ ਲੱਗ ਪੈਣ ਤਾਂ ਫਿਰ ਇਹਨਾਂ ਯੂਨੀਵਰਸਿਟੀਆਂ ਨੂੰ ਤਾਲੇ ਲਾ ਦਿਓ। ਇਹ ਯੂਨੀਵਰਸਿਟੀਆਂ ਦਾ ਕੀ ਕੰਮ ਹੈ ਇੱਥੇ? ਸੋ ਸਮੀਰ ਸ਼ਰਮਾ ਅੱਜ ਤੱਕ ਕੋਈ ਕਾਗਜ਼ ਨਹੀਂ ਦਿਖਾ ਪਾਇਆ ਕਿ ਕਦੋਂ ਉਹਨੂੰ ਜਿਹੜੀ ਪੰਜਾਬ ਸਰਕਾਰ ਹੈ ਜਾਂ ਉਹਨੂੰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਸਿਸਟੈਂਟ ਪ੍ਰੋਫੈਸਰ ਦੀ ਅਪਰੂਵਲ ਦਿੱਤੀ ਹੈ। ਹੁਣ ਗੱਲ ਆਉਂਦੀ ਹੈ ਕਿ ਡੀਪੀਆਈ ਕਾਲਜਸ ਤੋਂ ਕਹਿੰਦਾ ਬਾਰ-ਬਾਰ ਕਿ ਮੈਨੂੰ ਅਪਰੂਵਲ ਮਿਲ ਚੁੱਕੀ ਹੈ। ਕਦੋਂ ਮਿਲੀ ਹੈ? ਕਾਗਜ਼ ਕਿਉਂ ਨਹੀਂ ਅਖਬਾਰਾਂ ਨੂੰ ਦਿੱਤੇ ਜਾਂਦੇ? ਕਾਗਜ਼ ਕਿਉਂ ਨਹੀਂ ਕਿਸੇ ਚੈਨਲ ਨੂੰ ਦਿੱਤੇ ਜਾਂਦੇ? ਕਿਉਂਕਿ ਕਾਗਜ਼ ਹੈ ਹੀ ਨਹੀਂ ਗੇ। ਜਿੱਦਣ ਤੁਸੀਂ ਫਾਰਮ ਭਰਿਆ ਸੀਗਾ, ਤੁਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ, ਤੁਸੀਂ ਇੰਟਰਵਿਊ ਦਿੱਤੀ ਹੈ, ਕੀ ਉਸ ਦਿਨ ਤੁਸੀਂ ਨਿਯਮਾਂ ਦੇ ਮੁਤਾਬਿਕ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਬਣ ਚੁੱਕੇ ਸੀ? ਨਹੀਂ ਬਣੇ ਸੀਗੇ। ਸੋ ਇਸ ਕਰਕੇ ਇਹ ਬੰਦਾ ਸਮੀਰ ਸ਼ਰਮਾ ਪਿਛਲੇ 2 ਸਾਲ ਤੋਂ 32 ਲੱਖ ਰੁਪਈਆ ਸਰਕਾਰ ਤੋਂ ਲੈ ਚੁੱਕਾ ਔਰ ਅਸੀਂ 10 ਤਰੀਕ ਨੂੰ ਸੈਕਟਰੀ ਹਾਇਰ ਐਜੂਕੇਸ਼ਨ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੂੰ, ਜਿਹੜੇ ਕਿ ਇੱਕ ਬੜੇ ਸਖਤ ਅਫਸਰ ਨੇ, ਅਸੀਂ ਉਹਨਾਂ ਨੂੰ ਮਿਲੇ ਸੀਗੇ। ਸਾਰੇ ਕਾਗਜ਼ ਪੱਤਰ ਉਹਨਾਂ ਨੂੰ ਦਿਖਾਏ ਗਏ
ਔਰ ਉਹਨਾਂ ਨੂੰ ਕਿਹਾ ਗਿਆ ਵੀ ਸਰ ਇਸ ਬੰਦੇ ਦੀ ਇਮੀਡੀਏਟਲੀ ਇੱਕ ਤਾਂ ਗ੍ਰਾਂਟ ਬੰਦ ਕੀਤੀ ਜਾਵੇ, ਔਰ ਦੂਸਰਾ ਇਹ ਹੈ ਕਿ ਜਿਹੜੇ 32 ਲੱਖ ਰੁਪਈਆ ਲੈ ਗਿਆ ਇਹ ਰਿਕਵਰੀ ਪਾਈ ਜਾਵੇ, ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ। ਮਨਪ੍ਰੀਤ ਬਾਦਲ ਜੀ ਤੁਸੀਂ ਸੁਣਿਆ ਹੀ ਹੈ, ਪਿਛਲੇ 3-4 ਸਾਲਾਂ ਤੋਂ ਇਹੀ ਕਹਿੰਦੇ ਰਹੇ ਖਜ਼ਾਨੇ 'ਚ ਪੈਸੇ ਹੈ ਨਹੀਂ, ਤੇ ਇਦਾਂ ਦੇ ਅਯੋਗ ਪ੍ਰਿੰਸੀਪਲਾਂ ਨੂੰ, ਕਿਉਂਕਿ ਉਹ ਗ੍ਰਾਂਟਨੇਡ ਦਾ ਕਾਲਜ ਹੈ ਐਸਪੀਐਨ ਕਾਲਜ ਮਕੇਰੀਆਂ, ਤੇ ਅਯੋਗ ਉਮੀਦਵਾਰਾਂ ਨੂੰ ਪ੍ਰਿੰਸੀਪਲ ਬਣਾ ਕੇ ਤੁਸੀਂ ਲੱਖਾਂ ਰੁਪਏ ਲੁਟਾ ਰਹੇ ਹੋ। ਇਹ ਇਕੱਲਾ ਇੱਕ ਪ੍ਰਿੰਸੀਪਲ ਨਹੀਂ ਹੈ, ਇਦਾਂ ਦੇ ਅਸੀਂ ਕੇਸ ਕੱਢੇ ਅੱਜ ਕ੍ਰਿਸ਼ਨ ਕੁਮਾਰ ਜੀ ਨੂੰ ਦਿੱਤਾ ਹੈ ਵੀ ਝੜੀ ਲੱਗੀ ਪਈ ਹੈ ਜਿੱਥੇ ਪੰਜਾਬ ਯੂਨੀਵਰਸਿਟੀ ਨੇ ਇਦਾਂ ਦੇ ਪ੍ਰਿੰਸੀਪਲ ਲਾਏ ਹੋਏ। ਦੂਸਰਾ ਕੇਸ ਆਇਆ ਸਾਡੇ ਕੋਲ ਆਤਮ ਬੱਲਭ ਜੈਨ ਕਾਲਜ ਦਾ, ਲੁਧਿਆਣੇ ਦਾ, ਉੱਥੇ ਵੀ ਇੱਕ ਪ੍ਰਿੰਸੀਪਲ ਅਪਾਇੰਟ ਕੀਤਾ। ਅਸੀਂ ਸਿਰਫ ਪੰਜਾਬ ਯੂਨੀਵਰਸਿਟੀ ਨੂੰ ਇੱਕ ਆਰਟੀਆਈ ਪਾਈ ਕਿ ਸਾਨੂੰ ਉਹ ਤੁਸੀਂ ਜਿਹੜੀ ਕੋਰਸਪੋਂਡੈਂਸ ਹੋਈ ਹੈ ਪੰਜਾਬ ਯੂਨੀਵਰਸਿਟੀ ਔਰ ਆਤਮ ਬੱਲਭ ਜੈਨ ਕਾਲਜ ਦੇ ਵਿੱਚ, ਸਾਨੂੰ ਉਹਦੀ ਡਿਟੇਲਸ ਭੇਜ ਦਿਓ ਉਹਦੇ ਅਪਰੂਵਲ ਕੇਸ ਨੂੰ ਲੈ ਕੇ ਪ੍ਰਿੰਸੀਪਲ ਨੂੰ। ਡੀਆਰ ਕਾਲਜਸ ਮਿਸਟਰ ਠਾਕੁਰ ਸਾਨੂੰ ਜਵਾਬ ਦੇ ਰਿਹਾ ਹੈ, ਕੀ ਜਵਾਬ ਦੇ ਰਿਹਾ ਕਿ ਜੀ ਅਸੀਂ ਉਸ ਪ੍ਰਿੰਸੀਪਲ ਨੂੰ ਪੁੱਛਾਂਗੇ, ਉਹ ਜੇ ਪ੍ਰਿੰਸੀਪਲ ਆਗਿਆ ਦਊਗਾ ਤਾਂ ਅਸੀਂ ਤੁਹਾਨੂੰ ਡਿਟੇਲਸ ਦੇਵਾਂਗੇ। ਕਮਾਲ ਦੀ ਗੱਲ ਹੋ ਗਈ ਹੈ, ਆਰਟੀ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਕੀ ਕਿਹਾ ਜਾਂਦਾ ਕਿ ਜੀ ਜੇ ਸਾਨੂੰ ਪ੍ਰਿੰਸੀਪਲ ਦੱਸੂਗਾ, ਇਹਦਾ ਮਤਲਬ ਜਿਹੜਾ ਪ੍ਰਿੰਸੀਪਲ ਅਯੋਗ ਹੈ ਉਹ ਦੱਸੂਗਾ ਵੀ ਹਾਂਜੀ ਤਰੁਣ ਘਈ ਨੂੰ ਇਨਫੋਰਮੇਸ਼ਨ ਦੇ ਦਿਓ ਕਿ ਨਾ ਦੇ ਦਿਓ। ਇਹ ਹਾਲ ਕਰ ਦਿੱਤਾ ਹੈ ਪਿਛਲੇ 2-3 ਸਾਲਾਂ 'ਚ ਰਾਜਕੁਮਾਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਨੇ, ਔਰ ਇਦਾਂ ਦੇ ਰਜਿਸਟਰਾਰ ਔਰ ਜਿਹੜੇ ਡੀਆਰ ਕਾਲਜਸ ਬੈਠੇ ਨੇ ਜਿਹੜੇ ਕਿ ਆਰਟੀਆਈ ਐਕਟ ਦੀਆਂ ਧੱਜੀਆਂ ਉਡਾ ਰਹੇ ਨੇ ਔਰ ਯੂਨੀਵਰਸਿਟੀ ਦੇ ਕੈਲੰਡਰ ਦੀਆਂ ਧੱਜੀਆਂ ਉਡਾ ਰਹੇ ਨੇ। ਠੀਕ ਹੈ ਸਰ, ਤੁਸੀਂ ਕਿਹਾ ਕਿ ਇਹ ਸਾਰਾ ਪੰਜਾਬ ਗਵਰਨਮੈਂਟ ਦੇ ਨਾਲ ਸਕੈਮ ਹੋਇਆ, ਤੇ ਜੀ। ਕਿਤੇ ਨਾ ਕਿਤੇ ਕੋਈ ਪੰਜਾਬ ਗਵਰਨਮੈਂਟ ਦਾ ਆਫੀਸਰ ਵੀ ਇਹਦੇ ਵਿੱਚ ਸੀਗਾ? ਬਿਲਕੁਲ ਜੀ, ਇਹਦੇ 'ਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬੜੇ 15-20 ਦਿਨ ਤੋਂ ਅਖਬਾਰਾਂ 'ਚ ਵੀ ਖਬਰਾਂ ਆਈਆਂ ਕਿ ਇੱਕ ਪਰਮਜੀਤ ਸਿੰਘ ਡਾਇਰੈਕਟਰ ਰੋਡਵੇਜ਼, ਉਹਨਾਂ ਨੂੰ ਸੀਬੀਆਈ ਨੇ ਰੰਗੇ ਹੱਥੋਂ ਫੜ ਲਿਆ 2 ਲੱਖ ਰੁਪਈਆ ਲੈਂਦਾ। ਪਬਲਿਕ ਡੋਮੇਨ 'ਚ ਹੁਣ ਤਾਂ ਸਾਰਾ ਅਖਬਾਰਾਂ 'ਚ ਆ ਚੁੱਕਾ। ਜਦੋਂ ਇਹ ਖਬਰ ਆਈ ਅਸੀਂ ਵੀ ਪੜ੍ਹਿਆ ਉਸ ਨੂੰ, ਤਾਂ ਪਤਾ ਕੀਤਾ ਵੀ ਇਹ ਪਰਮਜੀਤ ਸਿੰਘ ਤਾਂ ਡੀਪੀਆਈ ਕਾਲਜ ਸੀਗੇ 4 ਮਹੀਨੇ ਪਹਿਲਾਂ, ਔਰ ਇਹ ਸਮੀਰ ਸ਼ਰਮਾ ਦਾ ਜਿਹੜਾ ਕੇਸ ਹੈ ਔਰ ਹੋਰ ਪ੍ਰਿੰਸੀਪਲਾਂ ਔਰ ਐਸੋਸੀਏਟ ਪ੍ਰੋਫੈਸਰਾਂ ਦਾ ਜਿਹੜਾ ਕੇਸ ਜਿਹਦੇ 'ਚ ਕਰੋੜਾਂ ਰੁਪਈਆ ਚਲਾ ਗਿਆ ਪੰਜਾਬ ਸਰਕਾਰ ਦਾ, ਉਹ ਅਪਰੂਵਲਾਂ ਸਾਰੀਆਂ ਪਰਮਜੀਤ ਸਿੰਘ ਦੇ ਟਾਈਮ ਦਿੱਤੀਆਂ ਗਈਆਂ। ਅਸੀਂ ਸੀਬੀਆਈ ਨੂੰ ਕੇਸ ਭੇਜਿਆ ਕਿ ਜੀ ਤੁਸੀਂ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਪਰਮਜੀਤ ਸਿੰਘ ਨੂੰ, ਕਾਈਂਡਲੀ ਜਦੋਂ ਇਹ ਡੀਪੀਆਈ ਕਾਲਜਸ ਪੰਜਾਬ ਸੀਗੇ ਉਦੋਂ ਦੇ ਵੀ ਸਾਰੇ ਅਪਰੂਵਲ ਦੇ ਕੇਸ ਖੁਲਵਾਏ ਜਾਣ। ਕੀ ਅਪਰੂਵਲਾਂ ਕਿੱਦਾਂ ਦਿੱਤੀਆਂ ਗਈਆਂ ਉਹਨਾਂ ਬੰਦਿਆਂ ਨੂੰ? ਕਿਉਂਕਿ ਯੂਜੀਸੀ ਰੈਗੂਲੇਸ਼ਨਸ ਔਰ ਪੰਜਾਬ ਸਰਕਾਰ ਦੀ 30/7/13 ਦੀ ਚਿੱਠੀ ਕਹਿੰਦੀ ਪਈ ਹੈ ਕਿ ਜਦ ਤੱਕ ਸਿਲੈਕਸ਼ਨ ਕਮੇਟੀ ਨਹੀਂ ਕਹੂਗੀ ਤੁਸੀਂ ਉਹਨਾਂ ਨੂੰ ਐਸੋਸੀਏਟ ਜਿਹੜਾ ਹੈ ਉਹ ਗ੍ਰੇਡ ਨਹੀਂ ਦੇ ਸਕਦੇ। ਸੋ ਇਸ ਕਰਕੇ ਇਹਦੇ ਵਿੱਚ ਕਰੋੜਾਂ ਰੁਪਈਆ ਦਾ ਜਿਹੜਾ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ, ਉਹਦੇ 'ਚ ਵੱਡੀ ਸ਼ਮੂਲੀਅਤ ਡਾਕਟਰ ਰਾਜਕੁਮਾਰ ਵਾਈਸ ਚਾਂਸਲਰ ਔਰ ਇਹਦੇ ਅਮਲੇ ਫੈਲੇ ਦੀ ਹੈ ਇੱਥੋਂ, ਕਿਉਂਕਿ ਇਹ ਅਮਲੇ ਫੈਲੇ ਨੇ ਅਪਰੂਵਲਾਂ ਦਿੱਤੀਆਂ ਨੇ ਪ੍ਰਿੰਸੀਪਲਾਂ ਨੂੰ, 3-3 ਮਹੀਨੇ 'ਚ ਅਪਰੂਵਲਾਂ ਦੇ ਦਿੱਤੀਆਂ। ਡਾਕਟਰ ਰਾਜਕੁਮਾਰ ਉਹਨਾਂ ਨੂੰ ਆ ਚਿੱਠੀ ਆਈ ਹੈ ਚਾਂਸਲਰ ਆਫਿਸ ਤੋਂ ਜਿਹਦੇ 'ਚ ਕਿਹਾ ਗਿਆ ਵੀ ਤਰੁਣ ਘਈ ਨੇ ਸਾਨੂੰ ਆ ਕੰਪਲੇਂਟ ਕੀਤੀ ਹੈ ਔਰ ਡਾਕੂਮੈਂਟਰੀ ਪ੍ਰੂਫ ਦਿੱਤੇ ਹੈ, ਤੁਸੀਂ ਕਾਈਂਡਲੀ ਇਹਦੇ ਤੇ ਐਕਸ਼ਨ ਲੈ ਕੇ ਉਹਨਾਂ ਨੂੰ ਕਮਿਊਨੀਕੇਟ ਕਰੋ ਡਾਇਰੈਕਟਲੀ। 7 ਤਰੀਕ ਦੀ ਚਿੱਠੀ ਹੈ, 14 ਤਰੀਕ ਹੋ ਗਈ ਹੈ, ਕਮਿਊਨੀਕੇਟ ਨਹੀਂ ਕੀਤਾ ਗਿਆ। ਕਿਉਂ? ਕਿਉਂਕਿ ਵੀਸੀ ਨੂੰ ਡਰ ਹੈ ਕਿ ਕਿਤੇ ਇਹਦੇ ਵਿੱਚ ਮੈਂ ਹੀ ਨਾ ਸਸਪੈਂਡ ਹੋ ਜਾ। ਅੱਗੇ ਵੀ ਵੀਸੀ ਦੇ ਖਿਲਾਫ ਮੈਂ ਲਿਖ ਚੁੱਕਾ ਕਿ ਵੀਸੀ ਨੇ ਇੱਕ ਸੈਨੇਟ ਮੈਂਬਰ ਮੇਰੇ ਕੇਸ ਦੇ ਵਿੱਚ ਹੀ ਗਲਤ ਤਰੀਕੇ ਦੇ ਨਾਲ ਚਾਂਸਲਰ ਸਾਹਿਬ ਨੂੰ ਇਨਫੋਰਮੇਸ਼ਨ ਦਿੱਤੀ ਔਰ ਰਿਟਰਨਿੰਗ ਅਫਸਰ ਨੇ ਦਿੱਤੀ, ਤਾਂ ਮੈਂ ਲਿਖ ਚੁੱਕਾ ਵੀ ਇਸ ਵੀਸੀ ਨੂੰ ਸਸਪੈਂਡ ਕਰੋ। ਇਹ ਐਡੀ ਵੱਡੀ ਯੂਨੀਵਰਸਿਟੀ 100 ਸਾਲਾਂ ਤੋਂ ਯੂਨੀਵਰਸਿਟੀ ਚੱਲ ਰਹੀ ਹੈ ਔਰ ਇੱਕ ਵੱਡਾ ਇਤਿਹਾਸ ਹੈ ਇਸ ਯੂਨੀਵਰਸਿਟੀ ਦਾ। ਵਿਦੇਸ਼ਾਂ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਨੇ, ਵੱਡੇ ਵੱਡੇ ਡੈਜ਼ਿਗਨੇਸ਼ਨਸ ਤੇ ਬੰਦੇ ਬੈਠੇ ਨੇ, ਉੱਥੇ ਦਾ ਵੀਸੀ ਇਦਾਂ ਦੇ ਕੰਮ ਕਰੂਗਾ? ਮਤਲਬ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰਸ ਨੂੰ ਵੀ ਬਾਈਪਾਸ ਕਰੂਗਾ। ਠੀਕ ਹੈ ਨਾ? ਇਸ ਤੋਂ ਇਲਾਵਾ ਮੈਂ ਇਹ ਵੀ ਲਿਖਿਆ ਉਹਦੇ ਵਿੱਚ ਕਿ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਹਿਬ ਤੁਹਾਡੀ ਪਾਵਰ ਨੂੰ ਵੀ ਸੁਪਰਸੀਡ ਕਰ ਰਿਹਾ। ਸੋ ਇਸ ਕਰਕੇ ਇਹ ਵਾਈਸ ਚਾਂਸਲਰ ਔਰ ਇਹਦਾ ਜਿਹੜਾ ਅਮਲਾ ਫੈਲਾ ਉਹਦੀ ਮਿਲੀ ਭੁਗਤ ਤੋਂ ਬਿਨਾਂ ਇਹ ਕੰਮ ਨਹੀਂ ਸੀ ਹੋ ਸਕਦਾ। ਔਰ ਇਸ ਤੋਂ ਇਲਾਵਾ ਸਿਲੈਕਸ਼ਨ ਪੈਨਲਾਂ ਦੇ ਮੈਂਬਰ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਆਉਣ ਵਾਲੇ 50 ਸਾਲਾਂ ਤੱਕ ਵੀ ਸੈਨੇਟ ਦੇ ਮੈਂਬਰ ਜਿਹੜੇ ਬਣਨ ਤੇ ਉਹ ਡਰਨ ਔਰ ਕੰਬਣ ਵੀ ਯਾਰ ਅਸੀਂ ਸਿਲੈਕਸ਼ਨਾਂ ਕਰਨ ਜਾਣੀਆਂ, ਗਲਤ ਸਿਲੈਕਸ਼ਨਾਂ ਨਾ ਕਰਕੇ ਆਈਏ। ਮਤਲਬ ਤੁਸੀਂ ਕਾਲਜ ਦੇ ਪ੍ਰਿੰਸੀਪਲ ਜਿਹੜੇ ਹੈੱਡ ਆਫ ਦਾ ਇੰਸਟੀਟਿਊਸ਼ਨਸ ਨੇ, ਤੁਸੀਂ ਉਹਨਾਂ ਨੂੰ ਸਿਲੈਕਟ ਕਰਕੇ ਆ ਰਹੇ ਹੋ ਜਿਨ੍ਹਾਂ ਨੇ ਅੱਗੇ ਭਵਿੱਖ ਨਿਰਧਾਰਿਤ ਕਰਨਾ ਹਜ਼ਾਰਾਂ ਬੱਚਿਆਂ ਦਾ, ਲੱਖਾਂ ਬੱਚਿਆਂ ਦਾ, ਉਹ ਫਰਾਡ ਕਰਨਗੇ ਤਾਂ ਕੀ ਸੇਧ ਦੇਣਗੇ ਉਹ ਮੈਨੂੰ ਦੱਸੋ। ਸੋ ਇਸ ਕਰਕੇ ਇਹ ਵੱਡਾ ਘੁਟਾਲਾ ਹੈ ਜਿਹਦੇ ਵਿੱਚ ਬਾਰ-ਬਾਰ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਅੱਜ ਧਰਨੇ ਤੇ ਬੈਠੇ ਹਾਂ। ਸਾਡੇ ਨਾਲ ਪੰਜਾਬ ਔਰ ਚੰਡੀਗੜ੍ਹ ਦੇ ਉੱਘੇ ਸਿੱਖਿਆ ਸ਼ਾਸਤਰੀ ਬੈਠੇ ਨੇ ਇੱਥੇ ਸਾਰੇ, ਇਸ ਕਰਕੇ ਬੈਠੇ ਨੇ ਕਿਉਂਕਿ ਸਭ ਨੂੰ ਲੱਗ ਰਿਹਾ ਕਿ ਇਹ ਬਹੁਤ ਵੱਡਾ ਘਪਲਾ ਕਰ ਲਿਆ ਪੰਜਾਬ ਯੂਨੀਵਰਸਿਟੀ ਨੇ, ਡੀਪੀਆਈ ਦਫ਼ਤਰ ਜਿਹੜਾ ਪੰਜਾਬ ਦਾ ਹੈਗਾ। ਸੋ ਇਸ ਕਰਕੇ ਇਹਦੇ ਵਿੱਚ ਸਾਡੀ ਮੰਗ ਹੈ ਕਿ ਇਮੀਡੀਏਟਲੀ ਇਹਨਾਂ ਪ੍ਰਿੰਸੀਪਲਾਂ ਦੀ ਅਪਰੂਵਲ ਜਿਹੜੀ ਪੰਜਾਬ ਯੂਨੀਵਰਸਿਟੀ ਨੇ ਭੇਜੀ ਹੋਈ ਆ ਉਹਨੂੰ ਰੱਦ ਕੀਤਾ ਜਾਵੇ। ਨੰਬਰ 2, ਜਿਹੜੇ ਇਹ ਸਿਲੈਕਸ਼ਨ ਪੈਨਲਾਂ ਤੇ ਮੈਂਬਰ ਗਏ ਨੇ
ਉਹਨਾਂ ਨੂੰ ਇਮੀਡੀਏਟਲੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤੀਸਰਾ, ਡੀਸੀਡੀਸੀ ਆਫਿਸ ਜਿਹਦੇ ਕੋਲ ਸਭ ਤੋਂ ਪਹਿਲਾਂ ਐਪਲੀਕੇਸ਼ਨ ਆਉਂਦੀ ਹੈ ਉਹਨੂੰ ਇਹਦੇ ਵਿੱਚ ਸਜ਼ਾ ਦਿੱਤੀ ਜਾਵੇ। ਔਰ ਚੌਥਾ, ਇਸ ਤੋਂ ਇਲਾਵਾ ਜਿਹੜੀਆਂ ਕਾਲਜ ਦੀਆਂ ਮੈਨੇਜਮੈਂਟਾਂ ਨੇ, ਕਿਉਂਕਿ ਇੱਕ ਐਪਲੀਕੇਸ਼ਨ ਉਹਨਾਂ ਕੋਲ ਵੀ ਜਾਂਦੀ ਹੈ, ਉਹ ਕਾਲਜ ਦੀਆਂ ਮੈਨੇਜਮੈਂਟਾਂ ਜਿਹੜੀਆਂ ਫਰਾਡ ਨਾਲ ਪੈਸੇ ਇਕੱਠੇ ਕਰਕੇ ਬੈਠੀਆਂ ਨੇ, ਪ੍ਰਾਪਰਟੀ ਡੀਲਰਾਂ ਦੇ ਅੱਡੇ ਬਣਾ ਕੇ ਬੈਠੀਆਂ ਹੋਈਆਂ ਨੇ, ਜ਼ਮੀਨਾਂ ਦੇ ਕਾਗਜ਼ ਅਸੀਂ ਪੇਸ਼ ਕਰ ਚੁੱਕੇ ਹਾਂ। ਸੋ ਉਹਨਾਂ ਦੇ ਉੱਪਰ ਵੀ ਉਹਨਾਂ ਨੂੰ ਡਿਸਐਫੀਲੀਏਟ ਕੀਤਾ ਜਾਵੇ। ਔਰ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਦਾਂ ਦੇ ਕਾਲਜਾਂ ਦੇ ਐਨਓਸੀ ਰੱਦ ਕੀਤੇ ਜਾਣ। ਮੇਰਾ ਹੁਣ ਕੁਐਸਚਨ ਹੋਗਾ ਡਾਕਟਰ ਸਰ ਨਾਲ। ਗਰਗ ਸਾਹਿਬ, ਤੁਸੀਂ ਪੰਜਾਬ ਯੂਨੀਵਰਸਿਟੀ 'ਚ ਵੀ ਰਹੇ, ਹੋਰ ਬਹੁਤ ਸਾਰੇ ਕਾਲਜਾਂ ਦੇ ਮੈਨੇਜਮੈਂਟ 'ਚ ਵੀ ਰਹੇ, ਇੱਥੇ ਦੇ ਵੀ ਡੀਨ ਰਹੇ, ਤਾਂ ਤੁਹਾਨੂੰ ਇੱਥੇ ਦਾ ਸਟਰਕਚਰ ਪਤਾ ਹੋਣਾ ਸੈਨੇਟ ਤੇ ਸਿੰਡੀਕੇਟ ਦਾ। ਹੁਣ ਪਰ ਜਿੱਦਾਂ ਮੀਨਸ ਫੈਕਲਟੀ ਦੇ ਮੈਂਬਰਸ ਹੋ ਗਏ, ਉਹਨਾਂ ਨੂੰ ਨਹੀਂ ਨੋਟੀਫਾਈ ਕੀਤਾ ਜਾ ਰਿਹਾ, ਕਈ ਸਰ ਨੂੰ ਨਹੀਂ ਨੋਟੀਫਾਈ ਕੀਤਾ ਜਾ ਰਿਹਾ, ਤੇ ਇੱਕ ਤਰ੍ਹਾਂ ਤੋਂ ਹੁਣੇ ਇੱਕ ਆਰਡਰ ਪਾਸ ਇੱਕ ਸੈਨੇਟ ਮੀਟਿੰਗ 'ਚ ਇੱਕ ਰੈਜ਼ੋਲੂਸ਼ਨ ਪਾਸ ਹੁੰਦੀ ਹੈ ਕਿ ਜਿਹੜੀ ਸਿੰਡੀਕੇਟ ਦੀ ਪਾਵਰਸ ਹੈ ਉਹ ਸਾਰੀ ਵੀਸੀ ਸਾਹਿਬ ਨੂੰ ਡੈਲੀਗੇਟ ਕੀਤੀ ਗਈ ਹੈ। ਤਾਂ ਉਹਦੇ 'ਚ ਕੀ ਕਹਿਣਾ ਕਿ ਇਹ ਸਾਰਾ ਮਸਲਾ ਤਾਂ ਡਾਇਲਿਊਟ ਹੋ ਰਿਹਾ ਕਿਉਂਕਿ ਸੈਨੇਟ ਨਹੀਂ ਹੈਗਾ ਇਸ ਟਾਈਮ, ਨਹੀਂ ਤਾਂ ਡਾਇਰੈਕਟਲੀ ਸੈਨੇਟ 'ਚ ਰਿਵੋਕ ਕੀਤਾ ਜਾਂਦਾ। ਦੇਖੋ, ਜਿੱਥੋਂ ਤੱਕ ਸਵਾਲ ਹੈ ਇਸ ਯੂਨੀਵਰਸਿਟੀ ਦਾ, ਇਹ ਪਹਿਲੀ ਵਾਰੀ ਹੋਇਆ ਹੈ। ਵਾਈਸ ਚਾਂਸਲਰ ਤਾਂ ਪਹਿਲਾਂ ਵੀ ਆਪਣੀ ਮਰਜ਼ੀ ਕਰਨਾ ਚਾਹੁੰਦੇ ਹੁੰਦੇ ਨੇ, ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੁੰਦਾ, ਸੈਨੇਟ ਦੇ ਸਿੰਡੀਕੇਟ, ਉਹਦੇ 'ਚ ਕੁਝ ਬੰਦੇ ਹੁੰਦੇ ਨੇ ਜਿਹੜੇ ਸਟੈਂਡ ਲੈ ਜਾਂਦੇ ਨੇ, ਤਾਂ ਫਿਰ ਫੈਸਲੇ ਆਮ ਤੌਰ 'ਤੇ ਠੀਕ ਹੁੰਦੇ ਰਹੇ ਨੇ। ਇਸ ਵਾਰੀ ਇੱਕ ਦੁਖਾਂਤ ਹੋਇਆ ਹੈ। ਦੁਖਾਂਤ ਇਹ ਹੋਇਆ ਕਿ ਵਾਈਸ ਚਾਂਸਲਰ ਇੱਕ ਧਿਰ ਬਣ ਕੇ ਖੜ ਗਿਆ, ਉਹਨੇ ਇਹਨੂੰ ਸਿਆਸੀ ਯੂਨੀਵਰਸਿਟੀ ਬਣਾਤਾ। ਤੇ ਚਾਂਸਲਰ ਨੇ ਵੀ ਜਿਹੜੀ ਨੋਟੀਫਿਕੇਸ਼ਨ ਕਰਨੀ ਸੀ, ਜਿਹੜੇ ਜਿੱਤ ਗਏ ਫੈਕਲਟੀਜ਼ ਦੇ ਵਿੱਚੋਂ 6 ਬੰਦੇ ਮੈਂਬਰ ਜਿੱਤੇ, ਪਰ ਜਿਹੜੇ ਗਰੁੱਪ ਦਾ ਵਾਈਸ ਚਾਂਸਲਰ ਹੈ ਉਹਦਾ ਕੋਈ ਵੀ ਨਹੀਂ ਜਿੱਤਿਆ। ਜ਼ੋਰ ਵੀ ਲਗਾਇਆ, ਵਾਈਸ ਚਾਂਸਲਰ ਖੁਦ ਵੀ ਵੋਟ ਪਾ ਕੇ ਗਿਆ। ਇਹਨਾਂ ਨੇ ਉਹ 15 ਦਿਨਾਂ 'ਚ ਨੋਟੀਫਾਈ ਕਰਨਾ ਹੁੰਦਾ ਹੈ, ਤਾਂ 15 ਦਿਨ 'ਚ ਨੋਟੀਫਾਈ ਨਹੀਂ ਕਰਿਆ। 3 ਮਹੀਨੇ ਬਾਅਦ ਇਹਨਾਂ ਨੇ ਕੋਈ ਰਿਪਰੈਜ਼ੈਂਟੇਸ਼ਨ ਲੈ ਕੇ ਉਹਨਾਂ ਦੀ ਨੋਟੀਫਿਕੇਸ਼ਨ ਰੋਕ ਰੱਖੀ, ਚਿੱਠੀਆਂ ਜਾਂ ਕੱਢ ਰੱਖੀਆਂ ਨੇ ਕਿ ਤੁਸੀਂ ਦੱਸੋ ਜੀ ਤੁਹਾਡੇ ਤੇ ਆਹ ਆਬਜੈਕਸ਼ਨ ਲਾਏ ਨੇ। 3 ਮਹੀਨਿਆਂ ਬਾਅਦ ਇਲੈਕਸ਼ਨ ਪਟੀਸ਼ਨ ਹੋ ਹੀ ਨਹੀਂ ਸਕਦਾ, ਜਿਹੜਾ ਚਾਂਸਲਰ ਦੇ ਕੋਲੋਂ 15 ਦਿਨ ਦੇ ਵਿੱਚ ਹੀ ਹੋਣਾ ਸੀ, ਉਹ ਨਹੀਂ ਕਰਿਆ। ਸੋ ਇਹ ਜਾਣਬੁੱਝ ਕੇ ਪਹਿਲੀ ਗੱਲ ਰੋਕਿਆ ਗਿਆ ਹੈ ਨੋਟੀਫਿਕੇਸ਼ਨ, ਕਿਉਂਕਿ ਉਹੀ ਬੰਦੇ ਬੋਲਣ ਵਾਲੇ ਨੇ, ਇਹ ਕਹਿੰਦੇ ਕੋਈ ਬੋਲਣ ਵਾਲਾ ਨਾ ਹੋਵੇ। ਹੁਣ ਜਿਹੜੇ ਬੰਦਿਆਂ ਨੇ ਸੈਨੇਟ ਦੇ ਵਿੱਚ ਕਹਿ ਕੇ ਸਿੰਡੀਕੇਟ 'ਚ ਉਹਨਾਂ ਨੇ ਪਟੀਸ਼ਨ ਪਾਈ, ਤਾਂ ਉਹਦੇ ਉੱਤੇ ਸਿੰਡੀਕੇਟ ਵੀ ਨਾ ਬਣਾਈ ਜਾਵੇ, ਨਹੀਂ ਤਾਂ ਇਹਨਾਂ ਨੇ ਆਪਣੀ ਮਰਜ਼ੀ ਦੀ ਬਣਾ ਲੈਣੀ ਸੀ, ਉਹ ਤਾਂ ਰੋਕਤੀ। ਤੇ ਹੁਣ ਸੈਨੇਟ ਨੇ ਜਿਹੜੀ ਸੋ ਕਾਲਡ ਸੈਨੇਟ ਹੈ, ਮੈਂ ਤੁਹਾਨੂੰ ਸੋ ਕਾਲਡ ਕਿਉਂ ਕਹਿਣਾ, ਕਿਉਂਕਿ ਜਦ ਤੁਸੀਂ ਕੁਝ ਬੰਦਿਆਂ ਨੂੰ ਰੋਕ ਦਿੰਦੇ ਹੋ ਇਲੀਗਲੀ ਨੋਟੀਫਾਈ ਕਰਨ ਤੋਂ, ਤਾਂ ਫਿਰ ਉਹ ਬਾਕੀ ਲੀਗਲ ਨਹੀਂ ਰਹਿੰਦੀ, ਇਟ ਇਜ਼ ਇਲੀਗਲ। ਪਰ ਇਹ ਧੱਕੇ ਨਾਲ ਕਰਿਆ, ਉਹਦੇ 'ਚ ਚਾਂਸਲਰ ਸਾਹਿਬ ਨੂੰ ਵੀ ਚਾਹੀਦਾ ਸੀ ਵੀ ਭਾਈ ਇੰਨੀ ਕਾਰ ਕਾਫਰੀ ਨਾ ਕਰੋ, ਕੱਲ੍ਹ ਨੂੰ ਤੁਸੀਂ ਵਾਈਸ ਪ੍ਰੈਜ਼ੀਡੈਂਟ ਨਹੀਂ ਹੋਵੋਗੇ ਇੰਡੀਆ ਦੇ, ਚਾਂਸਲਰ ਕੋਈ ਹੋਰ ਹੋਏਗਾ, ਉਦੋਂ ਫਿਰ ਕੋਈ ਹੋਰ ਗੱਲ ਨਿਕਲ ਸਕਦੀ ਹੈ, ਗੁੱਲ ਹੋਰ ਖਿੜ ਸਕਦੇ ਨੇ। ਦੇਸ਼ ਦੀ ਇੱਕ ਮਰਿਆਦਾ ਹੈ, ਦੇਸ਼ ਦਾ ਇੱਕ ਕਾਨੂੰਨ ਹੈ, ਘੱਟੋ ਘੱਟ ਆਪਦੇ RSS BJP ਦੇ ਵਾਸਤੇ ਹਰ ਗਲਤੀ, ਹਰ ਪੁੱਠਾ ਸਿੱਧਾ ਕੰਮ ਕਰਨ ਵਾਸਤੇ ਇੰਨਾ ਕਾਨੂੰਨ ਨਾ ਤੋੜੋ। ਇਹ ਯੂਨੀਵਰਸਿਟੀ ਚੱਲਣੀ ਹੈ, ਚੱਲਦੀ ਹੈ, ਚੱਲਦੀ ਰਹੇਗੀ। ਇਹ ਬੜੀ ਵੱਡੀ ਯੂਨੀਵਰਸਿਟੀ ਹੈ, ਪਰ ਇਹਦੇ ਵਿੱਚ ਕੁਝ ਐਸੇ ਬੰਦੇ ਜਿਵੇਂ ਵਾਈਸ ਚਾਂਸਲਰ, ਮੈਂ ਤਾਂ ਕਹਾਂਗਾ ਵੀ ਜਿਹੜੇ ਬੰਦੇ ਦਾ ਕੱਦ ਛੋਟਾ ਹੈ, ਕੁਰਸੀਆਂ ਵੱਡੀਆਂ ਨੇ ਇਹਨਾਂ ਦੀਆਂ, ਇਹਨਾਂ ਨੇ ਇਹ ਜ਼ਿਆਦਤੀ ਕਰੀ ਹੈ। ਸੈਨੇਟ ਦੇ ਵਿੱਚ ਨੋਮੀਨੇਟਡ ਬੰਦੇ ਜ਼ਿਆਦਾ ਬੈਠ ਗਏ, ਅਤੇ ਜਿਹੜੇ ਨੋਮੀਨੇਟ ਉਹ ਤਾਂ BJP RSS ਦੀ ਨੇ, ਉਹ ਤਾਂ ਇਹ ਵਾਈਸ ਚਾਂਸਲਰ ਨਹੀਂ ਕਰਾਏ ਨੇ, ਉਹ ਕਹਿੰਦੇ ਠੀਕ ਹੈ ਵਾਈਸ ਚਾਂਸਲਰ ਜੋ ਮਰਜ਼ੀ ਕਰੀ ਜਾਵੇ। ਹੁਣ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਿੰਡੀਕੇਟ ਹੁੰਦੀ ਹੈ, ਉਹ ਕੈਬਨਿਟ ਹੁੰਦੀ ਹੈ ਕਿਸਮ ਦੀ, ਵੀ ਵਜ਼ੀਰ ਕੋਈ ਨਹੀਂ ਜੀ, ਮੁੱਖ ਮੰਤਰੀ ਜੀ ਜਾਂ ਪ੍ਰਾਈਮ ਮਿਨਿਸਟਰ ਜੋ ਮਰਜ਼ੀ ਫੈਸਲੇ ਕਰੀ ਜਾਵੇ। ਸੋ ਇਹਨੇ ਆਪਦੀ ਮਰਜ਼ੀ ਕਰਾਉਣ ਦੀ ਗੱਲ ਕਰੀ ਹੈ, ਕਿਉਂਕਿ ਹਰ ਪੁੱਠੇ ਸਿੱਧੇ ਕੰਮ ਕਰਦੇ ਨੇ। ਪਹਿਲੀ ਵਾਰੀ ਮੈਂ ਦੇਖਿਆ ਯੂਨੀਵਰਸਿਟੀ 'ਚ ਇਹੋ ਜਿਹਾ ਵਾਈਸ ਚਾਂਸਲਰ ਜਿੱਥੇ ਹਰ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਨੇ। ਨਹੀਂ ਤਾਂ ਵਾਈਸ ਚਾਂਸਲਰ ਆਏ ਨੇ, ਉਹਨਾਂ ਨਾਲ ਮਤਭੇਦ ਵੀ ਰਹੇ ਨੇ, ਪਰ ਵਾਈਸ ਚਾਂਸਲਰ ਬੜੇ ਦਿਗਜ ਰਹੇ ਨੇ, ਇੱਥੋਂ ਦੇ ਬੜੇ ਤਕੜੇ ਰਹੇ ਨੇ। ਇਹ ਪਹਿਲਾ ਵਾਈਸ ਚਾਂਸਲਰ ਹੈ ਜਿਹਦਾ ਕੱਦ ਬੁੱਤ ਵੀ ਛੋਟਾ ਹੈ, ਜਿਹਦਾ ਕੰਮ ਵੀ ਛੋਟਾ ਹੈ, ਜਿਹਦੀ ਸੋਚ ਵੀ ਛੋਟੀ ਹੈ। ਸ਼ੁਰੂ 'ਚ ਮੈਨੂੰ ਲੱਗਦਾ ਸੀ ਵੀ ਇਹ ਸੰਸਕ੍ਰਿਤ ਚੰਗੀ ਜਾਣਦੇ ਨੇ, ਚੰਗੇ ਵਿਦਵਾਨ ਨੇ, ਸ਼ਾਇਦ ਯੂਨੀਵਰਸਿਟੀ 'ਚ ਇਹ ਕੋਈ ਸਾਡਾ ਜਿਹੜਾ ਸੰਸਕ੍ਰਿਤੀ ਦਾ ਸਿਸਟਮ ਹੈ ਪੁਰਾਣਾ, ਉਹਦੇ ਅਨੁਸਾਰ ਕੰਮ ਕਰਨਗੇ। ਪਰ ਮੈਨੂੰ ਹੁਣ ਐਂ ਲੱਗਦਾ ਹੈ ਵੀ ਇਹ ਦੁਰਯੋਧਨ ਨੇ ਅਤੇ ਇਹਨਾਂ ਨੂੰ ਕੋਈ ਸ਼ੱਕ ਨਹੀਂ ਚੁੱਕ ਰਿਹਾ, ਅਤੇ ਉਹ ਸ਼ੱਕ ਨਹੀਂ ਤਾਂ ਫਿਰ ਪਾਸਾ ਹੀ ਬਦਲਦਾ, ਉਹ ਤਾਂ ਝੂਠਾ ਪਾਸਾ ਹੀ ਖੇਡਦਾ ਹੈ। ਅਤੇ ਇਹ ਕਈ ਨੇ, ਇਹ ਜਿਹਦਾ ਹੱਕ ਹੈ ਉਹਨੂੰ ਦੇਣਾ ਨਹੀਂ ਚਾਹੁੰਦੇ, ਅਤੇ ਆਪਦੇ ਕਿਸੇ ਨੂੰ ਦਿਵਾਉਣਾ ਚਾਹੁੰਦੇ ਨੇ। ਆਪਦੇ ਇਹਨਾਂ ਦੇ ਹੁਣ ਕੋਈ ਭਰਤ ਰਹੇ ਨਹੀਂ ਜਿਹੜੇ ਰਾਮ ਨੂੰ ਕਹਿ ਦੇਣ ਜਾ ਕੇ ਵੀ ਕੋਈ ਨਹੀਂ ਤੇਰੀਆਂ ਖੜਾਵਾਂ ਨਾਲ ਮੈਂ ਤਰਾਜ ਕਰੂ, ਮੈਂ ਨਹੀਂ ਬੈਠਣਾ। ਹੁਣ ਉਹ ਭਰਤ ਨਹੀਂ ਰਹੇ। ਸੋ ਇਹ ਕਈ ਵਾਲਾ ਰੋਲ ਪਲੇ ਕਰ ਰਹੇ ਨੇ, ਇਹ ਦੁਰਯੋਧਨ ਵਾਲਾ ਰੋਲ ਪਲੇ ਕਰ ਰਹੇ ਨੇ, ਅਤੇ ਸ਼ਕਨੀ ਇਹਨਾਂ ਦੇ ਕੋਲ ਨੇ। ਅਤੇ ਬਿਦਰ ਕੋਈ ਹੈ ਜਿਹੜਾ ਹਾਂ ਦਾ ਨਾਰਾ ਮਾਰ ਰਿਹਾ ਹੈ, ਉਹ ਬਿਦਰ ਨਾਰਾ ਮਾਰੀ ਜਾ ਰਹੇ ਨੇ। ਪਰ ਜੇ ਬਿਦਰਾਂ ਦੇ ਨਾਰੇ ਦੇ ਨਾਲ ਨਾ ਤਾਂ ਪਾਂਡਵਾਂ ਦਾ ਬਨਵਾਸ ਰੁਕਿਆ ਸੀ, ਅਤੇ ਨਾ ਹੀ ਉਹ ਜੰਗ ਰੁਕੀ ਸੀ। ਅਤੇ ਪਰ ਜਿਹੋ ਜਿਹਾ ਇਹ ਕਰ ਰਿਹਾ ਹੈ, ਆਪਾਂ ਨੂੰ ਪਤਾ ਕੈਰਵਾਂ ਪਾਂਡਵਾਂ ਦੀ ਜੰਗ ਨੇ ਜੋ ਨਾਸ ਕੀਤਾ ਸੀ ਦੋਨੇ ਤਰ੍ਹਾਂ ਦਾ, ਉਹੀ ਨਾਸ ਇਹ ਯੂਨੀਵਰਸਿਟੀ ਦਾ ਕਰਨਾ ਚਾਹੁੰਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਆਹ ਅਪਰੂਵਲ ਦੇ ਕੇ
ਕਰੋੜਾਂ ਰੁਪਏ ਦਾ ਪੰਜਾਬ ਨੂੰ ਘਾਟਾ ਪਾਇਆ ਹੈ, ਇਹ ਵਾਈਸ ਚਾਂਸਲਰ ਦੇ ਕਾਰਨ ਪਿਆ। DPI ਇਹਦੇ ਨਾਲ ਰਲ ਗਿਆ, ਚਾਹੇ ਇੰਡੀਪੈਂਡੈਂਟਲੀ ਆਪਦਾ ਕਰਿਆ ਉਹਨੇ ਐਕਸ਼ਨ, ਇਹ ਤਾਂ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ। ਸਾਡੇ ਕਿੰਨੀ ਜ਼ਿਲ੍ਹਿਆਂ ਦੇ ਕਾਲਜ ਇੱਥੇ ਐਫੀਲੇਟਡ ਨੇ, ਸਾਡੇ ਬੱਚੇ ਇੱਥੇ ਪੜ੍ਹਨ ਆਉਂਦੇ ਨੇ, ਉਹਨਾਂ ਕਾਲਜਾਂ ਦਾ, ਉਹਨਾਂ ਬੱਚਿਆਂ ਦਾ ਜਿਹੜਾ ਸਾਰਾ ਭਵਿੱਖ ਹੈ ਪੰਜਾਬ ਦੀ ਐਕੈਡੈਮਿਕਸ ਦਾ, ਕਿਉਂਕਿ ਪੰਜਾਬ ਦੇ ਸਭ ਤੋਂ ਜ਼ਿਆਦਾ ਨੇ, ਪੰਜਾਬ ਦੀ ਐਕੈਡੈਮਿਕਸ ਦਾ ਭਵਿੱਖ ਵਿੱਦਾ ਵੀ ਪੱਠਾ ਬੈਠ ਰਿਹਾ ਹੈ। ਇਸ ਕਰਕੇ ਹੁਣ ਤਾਂ ਭਾਵੇਂ ਠੀਕ ਹੈ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ, ਅਜੇ ਚੋਣਾਂ ਨੇ, ਪਰ 10 ਮਾਰਚ ਤੋਂ ਬਾਅਦ ਜਦ ਰਿਜ਼ਲਟ ਆ ਜਾਣਗੇ, ਨਵੀਂ ਸਰਕਾਰ ਵਾਸਤੇ ਵੀ ਇੱਕ ਸੰਦੇਸ਼ ਹੋਏਗਾ ਕਿ ਇਸ VC ਨੂੰ ਚੱਲਦਾ ਕਰਨ ਵਾਸਤੇ ਕੇਂਦਰ ਨੂੰ ਕਹਿਣਾ ਕਿ ਇਹਨੂੰ ਚੱਲਦਾ ਕਰੋ, ਅਸੀਂ ਇੱਦਾਂ ਦੇ ਇਹਦੇ 'ਚ ਸਾਡਾ ਹਿੱਸਾ ਹੈ, ਸਾਡੇ ਆ ਕਾਲਜ ਐਫੀਲੇਟਡ ਨੇ, ਇਹ ਅਸਲ 'ਚ ਯੂਨੀਵਰਸਿਟੀ ਸਾਡੀ ਸੀ, ਇਹ ਤਾਂ 1166 ਨੂੰ ਧੱਕੇ ਨਾਲ ਉਹਨਾਂ ਨੇ ਇਸ ਨੂੰ ਇਸ ਨਾਲ ਬਣਾਤਾ। ਤੇ ਪਰ ਹੁਣ ਵੀ ਸਾਡੇ ਕਿਉਂਕਿ ਕਾਲਜ ਐਫੀਲੇਟਡ ਨੇ, ਸਾਡਾ ਅਸੀਂ ਨਾ ਤਾਂ ਆਪਦਾ ਫਾਈਨੈਂਸ ਦਾ ਲਾਸ ਕਰਾਉਣਾ ਤੇ ਨਾਲ ਇਹ ਕਹਿਣ ਕਿ ਕਿਉਂਕਿ ਤੁਹਾਡੇ ਅੰਡਰ ਹੈ, ਤੁਸੀਂ CBI ਤੋਂ ਇਹਦਾ ਪ੍ਰੋਬ ਕਰਾਓ ਕਿ ਜੋ ਵਾਈਸ ਚਾਂਸਲਰ ਨੇ ਕਰਿਆ, ਜੋ ਇਹ ਸੈਨੇਟ ਦੇ ਵਿੱਚ ਇਹਨੇ ਪਾਸ ਕਰਾਇਆ ਹੈ, ਉਹ ਸੈਨੇਟ 'ਚ ਬੰਦੇ ਕੌਣ ਨੇ, ਕਿ ਉਹ ਨੋਮੀਨੇਟਡ ਨੇ, ਕਦੋਂ ਕਿੰਨੇ ਕੁ ਚੁਣੇ ਹੋਏ ਨੇ, ਚੁਣੇ ਹੋਇਆਂ ਦੀ ਜਿਹੜੀ ਨੋਟੀਫਿਕੇਸ਼ਨ ਕਿਉਂ ਨਹੀਂ ਹੋਈ, ਜਿਹੜੇ ਜਿੱਥੇ ਤੁਸੀਂ 6 ਹਾਰ ਗਏ, ਜੇ ਹਾਰ ਕੇ ਨੋਟੀਫਿਕੇਸ਼ਨ ਨਹੀਂ ਕਰਨੀ ਚਾਂਸਲਰ ਨੇ, ਫਿਰ ਚੋਣਾਂ ਦਾ ਕੋਈ ਮੀਨਿੰਗ ਨਹੀਂ ਰਹਿ ਗਿਆ। ਚੋਣਾਂ ਤੁਸੀਂ ਕਰਾਈਆਂ ਨੇ, ਵਿਧੀਵਤ ਚੋਣਾਂ ਕਰਾਈਆਂ ਨੇ, ਤੁਹਾਡੇ ਰਿਟਰਨਿੰਗ ਅਫਸਰ ਨੇ ਕਰਾਈਆਂ ਨੇ, ਤੁਸੀਂ ਪਹਿਲਾਂ ਕੋਸ਼ਿਸ਼ ਕਰਦੇ ਰਹੇ ਚੋਣਾਂ ਨਾ ਹੋਣ, ਹਾਈ ਕੋਰਟ 'ਚ ਪਟੀਸ਼ਨ ਪਾਇਆ, ਹਾਈ ਕੋਰਟ ਨੇ ਸਖਤੀ ਨਾਲ ਤੁਹਾਨੂੰ ਕਿਹਾ ਵੀ ਤੁਸੀਂ ਇੱਥੋਂ ਦਾ ਜਿਹੜਾ ਜਮਹੂਰੀ ਪ੍ਰਕਿਰਿਆ ਹੈ, ਇੱਥੋਂ ਦੀ ਯੂਨੀਵਰਸਿਟੀ ਸਰਕਾਰ ਨੂੰ ਬੰਦ ਕਰਕੇ ਵਾਈਸ ਚਾਂਸਲਰ ਨੂੰ ਚਲਾਉਣਾ ਚਾਹੁੰਦੇ ਹੋ, ਫਿਰ ਤੁਸੀਂ ਮਜਬੂਰੀ ਚੋਣਾਂ ਰੱਖ ਦਿੰਦੇ ਹੋ, ਫਿਰ ਤੁਸੀਂ ਫਿਰ ਬਹਾਨਾ ਮਾਰ ਕੇ ਪੋਸਟਪੋਨ ਕਰ ਦਿੰਦੇ ਹੋ, ਫਿਰ ਹਾਈ ਕੋਰਟ ਨੂੰ ਦਖਲਅੰਦਾਜ਼ੀ ਦੇਣੀ ਪੈਂਦੀ ਹੈ, ਫਿਰ ਹਾਈ ਕੋਰਟ ਦਖਲਅੰਦਾਜ਼ੀ 'ਚ ਕਹਿੰਦੀ ਹੈ ਵੀ ਅਸੀਂ ਉਮੀਦ ਕਰਦੇ ਹਾਂ ਕਿ ਵਾਈਸ ਚਾਂਸਲਰ ਕਾਨੂੰਨ ਦਾ ਪਾਲਣ ਕਰੇਗਾ, ਆਪਦੇ ਵਾਅਦੇ 'ਤੇ ਕਾਇਮ ਰਹੇਗਾ। ਵਾਈਸ ਚਾਂਸਲਰ ਫਿਰ ਵੀ ਕਾਨੂੰਨ ਦਾ ਪਾਲਣ ਨਹੀਂ ਕਰਦਾ, ਆਪਦੇ ਵਾਅਦੇ 'ਤੇ ਕਾਇਮ ਨਹੀਂ ਰਹਿੰਦਾ, ਪਰ ਕਿਸੇ ਨਾ ਕਿਸੇ ਖੁਦਾ ਨਖਾਸਤਾ ਉਹ ਚੋਣ ਹੋ ਜਾਂਦੀ ਹੈ। ਉਸ ਚੋਣ ਦੇ ਵਿੱਚ ਵਾਈਸ ਚਾਂਸਲਰ ਪੂਰਾ ਜ਼ੋਰ ਲਾਉਂਦਾ ਹੈ ਕਿ ਜਿਹੜੇ ਬੰਦਿਆਂ ਨੇ ਉਹ 'ਤੇ ਉਂਗਲ ਚੁੱਕਣੀ ਹੈ, ਉਹਦੇ ਗਲਤ ਕੰਮਾਂ ਨੂੰ ਰੋਕਣਾ ਹੈ, ਉਹਨਾਂ ਦੇ ਬਾਰੇ ਬਹਿਸ ਕਰਨੀ ਹੈ, ਉਹ ਬੰਦੇ ਨਾ ਆਉਣ। ਇਸ ਦੀ ਪੂਰੀ ਜ਼ੋਰ ਲਾਉਣ ਦੇ ਬਾਵਜੂਦ, ਅੱਡੀ ਚੋਟੀ ਦਾ ਜ਼ੋਰ ਜਿਹਨੂੰ ਕਹਿੰਦੇ ਆ, ਇਸਨੇ ਸਾਮ ਦਾਮ ਦੰਡ ਭੇਦ ਵਰਤਣ ਦੇ ਬਾਵਜੂਦ 6 ਦੀਆਂ 6 ਫੈਕਲਟੀਜ਼ ਦੇ ਵਿੱਚ ਦੂਜੇ ਬੰਦੇ ਜਿੱਤ ਗਏ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਕਰਦੇ ਸੀ। ਇੱਕ ਈਸਾ ਵਰਗੇ ਜਿੱਤ ਗਏ ਕਿਤੋਂ ਕਾਲਜਾਂ ਦੇ ਉਸ ਚੋਂ, ਤੇ ਇਹਨਾਂ ਨੂੰ ਪਸੰਦ ਨਹੀਂ ਕਰਦੇ, ਟੀਚਰ ਕੌਨਸਟੀਚੁਐਂਸੀ ਤੋਂ, ਕਈ ਕੌਨਸਟੀਚੁਐਂਸੀ ਪ੍ਰਿੰਸੀਪਲਾਂ ਦੀ ਹੈ, ਟੀਚਰਸ ਦੀ ਹੈ, ਉਹ ਕਈ ਕੌਨਸਟੀਚੁਐਂਸੀ ਨੇ। ਸੋ ਉਹਦੀ ਡੈਮੋਕ੍ਰੈਟਿਕ ਜਿਹੜੀ ਫੰਕਸ਼ਨਿੰਗ ਹੈ, ਡੈਮੋਕ੍ਰੈਟਿਕ ਜਿਹੜੀ ਜਥੇਬੰਦੀ ਹੈ, ਜਿਹਨੂੰ ਸੈਨੇਟ ਅਸੀਂ ਕਹਿੰਦੇ ਹਾਂ, ਡੈਮੋਕ੍ਰੈਟਿਕਲੀ ਚੁਣੀ ਹੋਈ, ਉਹਨੂੰ ਇਹ ਤੋੜਨਾ ਚਾਹੁੰਦਾ ਹੈ। ਜਿਹੜੀ ਇਹ ਸੈਨੇਟ ਨੇ ਕੱਲ੍ਹ ਜਿਹੜੀ ਆ ਪਾਵਰ ਜੋ ਅਖਬਾਰ 'ਚ ਆਪਾਂ ਪੜ੍ਹਦੇ ਹਾਂ, ਅੱਜ ਆਈ ਹੈ ਖਬਰ, ਉਹ ਮੈਨੂੰ ਲੱਗਦਾ ਹੈ ਵੀ ਉਹ ਕਾਲਾ ਦਿਨ ਹੈ ਦੇਸ਼ ਵਾਸਤੇ, ਇਸ ਯੂਨੀਵਰਸਿਟੀ ਵਾਸਤੇ ਵੀ, ਸਾਡੀ ਜਮਹੂਰੀਅਤ ਵਾਸਤੇ ਵੀ। ਜਿੱਥੇ ਤੁਸੀਂ ਇਹਨਾਂ ਨੇ ਕੀ ਕਰਤਾ, ਅਸੀਂ ਰੋਜ਼ ਸਿਆਸਤਦਾਨਾਂ ਨੂੰ ਕਹਿੰਦੇ ਹਾਂ, ਉਹ ਕਹਿੰਦੇ ਨੇ ਜੀ ਅਸੀਂ ਨਾ ਪਾਵਰਾਂ ਰਾਹੁਲ ਗਾਂਧੀ ਨੂੰ ਦੇਤੀਆਂ, ਅਸੀਂ ਪਾਵਰਾਂ ਪ੍ਰਾਈਮ ਮਿਨਿਸਟਰ ਨੂੰ ਦੇਤੀਆਂ, ਮੋਦੀ ਜੀ ਨੂੰ ਕਹਤਾ ਵੀ ਜੋ ਕਰਨਾ ਚਾਹੁਣ ਕਰਦੇ ਨੇ, ਅਸੀਂ ਪਾਵਰਾਂ ਦੇਤੀਆਂ ਵੀ ਇੱਥੇ ਦਾ ਜਿਹੜਾ ਹੈਗਾ ਸੁਖਬੀਰ ਬਾਦਲ ਜੋ ਮਰਜ਼ੀ ਕਰਦੇ, ਪਾਰਟੀ ਪ੍ਰਧਾਨ ਨੂੰ ਦੇਤੀਆਂ ਹੈ, ਅਸੀਂ SGP ਦੇ ਪ੍ਰਧਾਨ ਨੂੰ ਦੇਤੀਆਂ ਪਾਵਰਾਂ ਜੋ ਮਰਜ਼ੀ ਕਰਦੇ, ਫਿਰ ਹਾਊਸ ਕਾਹਦੇ ਵਾਸਤੇ ਬਣਾਏ ਜੇ ਪਾਵਰਾਂ ਹੀ ਦੇਣੀਆਂ ਨੇ। ਜੋ ਸਿਆਸੀ ਬੰਦੇ ਜੋ ਕੁਝ ਕਰਦੇ ਸੀ ਉਹ ਹੁਣ ਯੂਨੀਵਰਸਿਟੀਆਂ 'ਚ ਹੋਣ ਲੱਗ ਗਿਆ। ਯੂਨੀਵਰਸਿਟੀਆਂ 'ਚ ਨਹੀਂ ਹੋਣਾ ਚਾਹੀਦਾ। ਜੇ ਯੂਨੀਵਰਸਿਟੀਆਂ 'ਚ ਹੋਏਗਾ ਤਾਂ ਦੇਸ਼ ਦੀ ਜਮਹੂਰੀਅਤ ਨੂੰ, ਦੇਸ਼ ਦੇ ਭਵਿੱਖ ਨੂੰ ਖਤਰਾ ਹੋਏਗਾ। ਮੈਨੂੰ ਡਰ ਹੈ ਕਿਤੇ ਮੁੜ ਕੇ ਦੇਸ਼ ਗੁਲਾਮ ਨਾ ਹੋ ਜੇ। ਅਸੀਂ ਨੌਜਵਾਨ ਤੁਹਾਡੇ ਵਰਗੇ ਇੰਡੀਪੈਂਡੈਂਟ ਮਾਈਂਡ ਵਾਲੇ ਬੱਚੇ ਅੱਗੇ ਵਧਾਉਣ ਵਾਸਤੇ ਜਿਹੜੇ ਦੇਸ਼ ਨੂੰ ਚਲਾਉਣ, ਉਹਦੀ ਵਜ੍ਹਾ ਅਸੀਂ ਬੁੜੇ ਜਿਹੜੇ ਬੈਠੇ ਹਾਂ, ਇਹਨਾਂ ਦੀ ਉਮਰ ਲੰਘੀ ਨਾ, ਮੈਂ ਵੀ ਬੁੜੇ ਹੀ ਹਾਂ, ਇਹ ਵੀ ਬੁੜੇ ਹੀ ਨੇ, ਇਹ ਅਸੀਂ ਬੁੜੇ ਨਾ ਦੇਸ਼ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਾਂ। ਸਾਨੂੰ ਬਚਣਾ ਚਾਹੀਦਾ। ਥੈਂਕ ਯੂ।